ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਸਭ ਤੋਂ ਪਹਿਲਾਂ ਮੈਂ ਆਪਦੇ ਬਾਰੇ ਦੱਸਣਾ ਚਾਹੁੰਦਾ ਹਾਂ। ਮੇਰਾ ਨਾਮ ਡਾਕਟਰ ਗਗਨਪ੍ਰੀਤ ਸਿੰਘ, ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਨ। ਕਮਿਊਨਿਟੀ ਮੈਡੀਸਨ ਦੇ ਵਿੱਚ ਕੰਮ ਬੇਸਿਕਲੀ ਕੀ ਹੈਗਾ, ਅਸੀਂ ਬਿਮਾਰੀਆਂ ਦੀ ਰੋਕਥਾਮ ਉੱਤੇ ਨੰਬਰ 1 ਅਤੇ ਹੈਲਥ ਨੂੰ ਪ੍ਰਮੋਟ ਕਰਨ ਵਾਸਤੇ ਕੰਮ ਕਰਦੇ ਹਾਂ। ਤਾਂ ਜਿਸ ਤਰ੍ਹਾਂ ਇੱਕ ਡਾਕਟਰ ਦੀ ਡੈਫੀਨੇਸ਼ਨ ਲੋਕ ਜਾਣਦੇ ਨੇ ਕਿ ਡਾਕਟਰ ਦਾ ਮਤਲਬ ਬਿਮਾਰੀ ਦਾ ਇਲਾਜ ਕਰਨਾ, ਅਸੀਂ ਉਹ ਤੋਂ ਪਿੱਛੇ ਦਾ ਬੈਕਗਰਾਊਂਡ ਦਾ ਕੰਮ ਕਰਦੇ ਹਾਂ, ਮਤਲਬ ਕਿ ਬਿਮਾਰੀ ਤੋਂ ਬਚਿਆ ਕਿਸ ਤਰ੍ਹਾਂ ਜਾਵੇ। ਨੰਬਰ 2, ਜੇ ਤੁਸੀਂ ਬਿਮਾਰੀ ਤੋਂ ਰਹਿਤ ਹੈਗੇ ਹੋ ਤਾਂ ਅੱਜ ਵੀ ਤੁਹਾਡੇ ਕੋਲ ਚਾਂਸ ਹੈਗਾ ਆਪਦੀ ਹੈਲਥ ਨੂੰ ਇੰਪਰੂਵ ਕਰਨ ਦਾ, ਇਹ ਤੋਂ ਅੱਗੇ ਜਾਣ ਦਾ। ਅਤੇ ਕਿਤੇ ਅੱਗੇ ਲੋਕ ਜਾ ਰਹੇ ਨੇ, ਧੜ ਰਿਕਾਰਡ ਟੁੱਟ ਰਹੇ ਨੇ। ਪਿਛਲੇ ਦਿਨਾਂ 'ਚ 3 ਰਿਕਾਰਡ ਟੁੱਟੇ। ਪਹਿਲਾ ਜਿਹੜਾ ਰਿਕਾਰਡ ਬਣਾਉਣ ਵਾਸਤੇ ਉਸੈਨ ਬੋਲਟ ਨੇ ਕਿੰਨਾ ਟਾਈਮ ਲਗਾ ਦਿੱਤਾ ਸੀਗਾ, 19 ਸਾਲਾਂ ਦੇ ਮੁੰਡੇ ਨੇ ਤੋੜ ਦਿੱਤਾ। ਦੂਸਰਾ ਰਿਕਾਰਡ 70 ਸਾਲਾਂ ਦੇ ਬੰਦੇ ਨੇ 100 ਮੀਟਰ ਦਾ ਰਿਕਾਰਡ ਤੋੜ ਦਿੱਤਾ। ਤੀਸਰਾ ਰਿਕਾਰਡ 100 ਸਾਲਾਂ ਦੇ ਬੰਦੇ ਨੇ 100 ਮੀਟਰ ਦਾ ਰਿਕਾਰਡ ਭੱਜਣ ਦਾ ਤੋੜਿਆ ਹੈ। ਤਾਂ ਹੈਲਥ ਦੇ ਪ੍ਰਤੀ ਲੋਕ ਜਾਗਰੂਕ ਹੋ ਰਹੇ ਨੇ, ਹੋਰ ਅੱਗੇ ਵੱਧ ਰਹੇ ਨੇ, ਰਿਕਾਰਡਸ ਨੂੰ ਤੋੜ ਰਹੇ ਨੇ। ਤਾਂ ਹਰ ਇੱਕ ਬੰਦੇ ਦਾ ਫਰਜ਼ ਬਣਦਾ ਹੈ ਕਿ ਆਪਣੀ ਸਿਹਤ ਨੂੰ ਨੈਕਸਟ ਲੈਵਲ 'ਤੇ ਲੈ ਕੇ ਜਾਵੇ, ਕਿਉਂਕਿ ਇਨਫੋਰਮੇਸ਼ਨ ਹੈ, ਉਸ ਉੱਤੇ ਅਮਲ ਇਨਸਾਨ ਨੂੰ ਖੁਦ ਨੂੰ ਕਰਨਾ ਪਵੇਗਾ। ਅਤੇ ਜਿਸ ਤਰ੍ਹਾਂ ਤੁਹਾਡੇ ਨਾਲ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਹੋ ਰਹੀ ਸੀਗੀ ਕਿ ਧੜ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਦੋਂ ਕਿ ਟੈਕਨੋਲੋਜੀ ਅਤੇ ਨਿਊਟ੍ਰੀਸ਼ਨ ਦੀ ਜਾਣਕਾਰੀ ਨਾਲ ਵਧਣਾ ਕੀ ਚਾਹੀਦਾ ਸੀਗਾ, ਵਧਣੀ ਚਾਹੀਦੀ ਸੀਗੀ ਸਿਹਤ, ਵਧਣੀ ਚਾਹੀਦੀ ਸੀ ਹੈਲਥ ਸਿਚੁਏਸ਼ਨ, ਵਧਣਾ ਚਾਹੀਦਾ ਸੀਗਾ ਹੈਪੀਨੈਸ ਇੰਡੈਕਸ, ਵਧਣਾ ਚਾਹੀਦਾ ਸੀਗਾ ਮਰੀਜ਼ਾਂ ਦਾ, ਘਟਣਾ ਚਾਹੀਦਾ ਸੀਗਾ ਮਰੀਜ਼ਾਂ ਦਾ ਹਸਪਤਾਲ ਵਿੱਚ ਜਾਣਾ। ਪਰ ਹੋ ਉਸ ਤੋਂ ਉਲਟ ਰਿਹਾ ਹੈ। ਕਿਉਂਕਿ ਜਾਂ ਤਾਂ ਆਪਣੇ ਕੋਲ ਜਿਹੜੀ ਜਾਣਕਾਰੀ ਪਹੁੰਚ ਰਹੀ ਹੈ ਉਹ ਅਧੂਰੀ ਹੈ, ਜਾਂ ਆਪਾਂ ਦਾ ਅਮਲ ਉਹ 'ਤੇ ਗਲਤ ਹੈ, ਜਾਂ ਜਿਹੜੀ ਟੈਕਨੋਲੋਜੀ ਨੂੰ ਆਪਾਂ ਅਮ੍ਰਿਤ ਸਮਝੀ ਬੈਠੇ ਸੀਗੇ ਉਹ ਕਿਤੇ ਜ਼ਹਿਰ ਤਾਂ ਨਹੀਂ, ਆਪਾਂ ਨੂੰ ਦੇਖਣਾ ਪਵੇਗਾ। ਸਰ, ਅੱਜ ਕਿਸ ਬਿਮਾਰੀ ਸੰਬੰਧੀ ਤੁਸੀਂ ਮੈਸੇਜ ਦੇਣਾ ਚਾਹੁੰਦੇ? ਅੱਜ ਮੈਂ ਬਿਮਾਰੀ ਸੰਬੰਧੀ ਨਹੀਂ ਗੱਲ ਕਰੂੰਗਾ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ। ਮੈਂ ਬਿਮਾਰੀਆਂ ਦੀ ਮਾਂ ਉੱਤੇ ਗੱਲ ਕਰੂੰਗਾ, ਯਾਨੀ ਕਿ ਮੋਟਾਪਾ। ਬਿਮਾਰੀਆਂ ਦੀ ਮਾਂ ਇਸ ਲਈ ਆਖਿਆ ਹੈ, ਚਾਹੇ ਡਾਇਬਟੀਜ਼ ਹੋਵੇ, ਚਾਹੇ ਹਾਈਪਰਟੈਂਸ਼ਨ ਹੋਵੇ, ਚਾਹੇ ਥਾਇਰਾਇਡ ਹੋਵੇ। ਔਰਤਾਂ ਵਿੱਚ ਵੱਖ ਬਿਮਾਰੀਆਂ ਜਿਸ 'ਚ PCOD ਹੁੰਦੀ ਹੈ, ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦੀ ਮਾਂ ਇਹ ਮੋਟਾਪਾ ਹੈ। ਅਤੇ ਵੱਡੀ ਗੱਲ ਇਹ ਹੈ ਕਿ ਮੋਟਾਪਾ ਆਪਣੇ ਆਪ ਨਹੀਂ ਆਉਂਦਾ, ਮੋਟਾਪਾ ਆਪਾਂ ਨੂੰ ਲਿਆਉਣਾ ਪੈਂਦਾ ਹੈ, ਇਸ ਲਈ ਕੰਮ ਕਰਨਾ ਪੈਂਦਾ ਹੈ। ਅਤੇ ਲੋਕਾਂ ਨੇ ਮੋਟਾਪਾ ਇੰਨਾ ਕੁ ਵੱਧ ਚੁੱਕਿਆ ਹੈ, ਲੋਕਾਂ ਨੂੰ ਮੋਟਾਪਾ ਦਾ ਪ੍ਰੋਬਲਮ ਲੱਗਦੀ ਹੀ ਨਹੀਂ। ਈਵਨ ਹਾਈਪਰਟੈਂਸ਼ਨ, ਡਾਇਬਟੀਜ਼ ਲੋਕਾਂ ਨੂੰ ਪ੍ਰੋਬਲਮ ਨਹੀਂ ਲੱਗਦੀ ਹੈਗੀ। ਆਪਣਾ ਸੋਸ਼ਲ ਸਟੇਟਸ ਲੋਕ ਇਸ ਤਰ੍ਹਾਂ ਦੱਸਦੇ ਹੈ ਵੀ ਮੈਨੂੰ ਅੱਜ ਡਾਇਬਟੀਜ਼ ਹੋ ਗਈ ਤਾਂ ਇੱਕ ਹੋਰ ਸਟਾਰ ਲੱਗ ਗਿਆ, ਮੈਨੂੰ ਹਾਈਪਰਟੈਂਸ਼ਨ ਹੋ ਗਈ ਤਾਂ ਇੱਕ ਹੋਰ ਸਟਾਰ ਲੱਗ ਗਿਆ, ਜਦੋਂ ਕਿ ਜ਼ਿੰਦਗੀ ਜਿਉਣ ਦਾ ਆਨੰਦ ਤੁਹਾਡਾ ਕਿੱਥੇ ਪਿਆ ਹੈਗਾ, ਉਹ ਆਪਾਂ ਭੁੱਲ ਚੁੱਕੇ ਹਾਂ। ਮੈਂ ਉਸ ਥਾਂ ਦੀ ਗੱਲ ਕਰਾਂਗਾ, ਮੈਂ ਉਸ ਥਾਂ 'ਤੇ ਖੜ੍ਹਨ ਦੀ ਗੱਲ ਕਰਾਂਗਾ ਕਿ ਸਿਹਤ ਹੁੰਦੀ ਕੀ ਹੈ, ਸਿਹਤ ਉੱਤੇ ਗੱਲ ਕਰਾਂਗਾ। ਮੈਂ ਬਿਮਾਰੀਆਂ ਦੀ ਮਾਂ ਉੱਤੇ ਗੱਲ ਕਰਾਂਗਾ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ, ਜਿਸ ਕਰਕੇ ਮੇਰੇ ਕੋਲ ਆਉਣ ਵਾਲੇ ਮਰੀਜ਼ਾਂ ਦੀ ਸਿਹਤ ਵਿੱਚ ਰਿਜ਼ਲਟ ਆਉਂਦੇ ਨੇ। ਉਹ ਮੇਰੇ ਕੋਲ ਆਉਂਦੇ ਨੇ ਅਤੇ ਕੁਛ ਟਾਈਮ ਬਾਅਦ ਉਹਨਾਂ ਦੇ ਹਸਪਤਾਲਾਂ ਦੇ ਵਿਜ਼ਿਟਸ ਬੰਦ ਹੋ ਜਾਂਦੀਆਂ ਨੇ। ਮੈਂ ਉਸ ਬਾਰੇ ਗੱਲ ਕਰਾਂਗਾ। ਡਾਕਟਰ ਸਾਹਿਬ, ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਵਿੱਚ ਮੈਂ ਗੱਲ ਕਰਨਾ ਚਾਹਾਂਗਾ ਕਿ ਵੱਖ ਫੈਕਟਰ ਨੇ ਆਪਾਂ ਨੂੰ ਸਿਹਤਮੰਦ ਰੱਖਣ ਵਾਸਤੇ। ਜੇ ਆਪਾਂ ਸਿਹਤ ਦੀ ਡੈਫੀਨੇਸ਼ਨ 'ਤੇ ਜਾਈਏ ਤਾਂ WHO ਡੈਫੀਨੇਸ਼ਨ ਕਹਿੰਦੀ ਹੈ, ਹੈਲਥ ਇਜ਼ ਅ ਸਟੇਟ ਆਫ ਕੰਪਲੀਟ ਫਿਜ਼ੀਕਲ ਯਾਨੀ ਕਿ ਸਰੀਰਕ, ਮੈਂਟਲ ਯਾਨੀ ਕਿ ਦਿਮਾਗੀ, ਐਂਡ ਸੋਸ਼ਲ ਵੈਲਬੀਇੰਗ ਐਂਡ ਨਾਟ ਮੇਅਰਲੀ ਦਾ ਐਬਸੈਂਸ ਆਫ ਡਿਜ਼ੀਜ਼ ਔਰ ਇਨਫਰਮਿਟੀ, ਯਾਨੀ ਕਿ ਸਰੀਰ ਦੇ ਨਾਲ ਨਾਲ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਵੀ ਚਾਹੀਦੀ ਹੈ। ਅਤੇ ਸਿਹਤ ਨਾ ਕੇਵਲ ਬਿਮਾਰੀ ਤੋਂ ਰਹਿਤ ਹੋਣਾ ਹੈ, ਜਿਵੇਂ ਲੋਕਾਂ ਦੀ ਪਰਸੈਪਸ਼ਨ ਹੈ। ਮੈਂ ਲੋਕਾਂ ਨੂੰ ਪੁੱਛਾਂ, ਤੁਸੀਂ ਸਿਹਤਮੰਦ ਹੋ? ਹਾਂ। ਅਤੇ ਇਨਫਰਮਿਟੀ ਤੋਂ, ਯਾਨੀ ਕਿ ਤੁਹਾਡੇ ਵਿਚਾਰ ਐ ਤਾਂ ਨਹੀਂ ਹੈਗੇ ਤੁਸੀਂ ਅੱਜ ਇੱਥੇ ਖੜ੍ਹੇ ਹੋ, ਕੱਲ੍ਹ ਨੂੰ ਤੁਹਾਨੂੰ ਫਿਰ ਡਾਊਟ ਹੋ ਰਿਹਾ, ਤੁਸੀਂ ਡਾਊਟਫੁਲ ਕੰਡੀਸ਼ਨ 'ਚ ਰਹਿ ਰਹੇ ਹੋ। ਅੱਗੇ ਫਿਰ ਗੱਲ ਕਰਦੀ ਹੈ WHO, ਲੀਡਿੰਗ ਟੂ ਇਕੋਨੋਮਿਕਲੀ ਐਂਡ ਸੋਸ਼ਲੀ ਪ੍ਰੋਡਕਟਿਵ ਲਾਈਫ। ਕਹਿਣ ਦਾ ਮਤਲਬ ਕਿ ਉਹ ਬੰਦਾ
ਇਕੋਨੋਮਿਕਲੀ ਤਾਂ ਪ੍ਰੋਡਕਟਿਵ ਹੋ ਹੀ ਰਿਹਾ ਹੈ, ਉਸ ਦੇ ਨਾਲ ਨਾਲ ਸਮਾਜਿਕ ਤੌਰ 'ਤੇ ਵੀ ਪ੍ਰੋਡਕਟਿਵ ਹੋ ਰਿਹਾ ਹੈ। ਜਿਹੜਾ ਭਾਗ ਆਪਣੇ ਸਮਾਜ ਵਿੱਚੋਂ ਮਿਸਿੰਗ ਹੋ ਰਿਹਾ ਹੈ, ਆਪਣੇ ਵਿੱਚੋਂ ਬਹੁਤ ਸਾਰੇ ਲੋਕ, ਗੁਰਪ੍ਰੀਤ ਜੀ ਤੁਸੀਂ ਵੀ ਦੇਖ ਰਹੇ ਹੋਵੋਗੇ, ਨੋਟ ਵੀ ਕੀਤਾ ਹੋਵੇਗਾ, ਕੁਛ ਕੰਪੋਨੈਂਟ ਤੁਸੀਂ ਆਪਦੇ ਆਪ 'ਚ ਵੀ ਨੋਟ ਕੀਤਾ ਹੋਵੇਗਾ ਕਿ ਸਰੀਰ ਵੱਲ ਤਾਂ ਫਿਰ ਵੀ ਧਿਆਨ ਦੇ ਲੈਂਦੇ ਹਾਂ, ਪਰ ਦਿਮਾਗੀ ਤੌਰ 'ਤੇ ਆਪਾਂ ਸਿਹਤਮੰਦ ਹਾਂ ਕਿ ਨਹੀਂ, ਆਪਾਂ ਨਹੀਂ ਚੈੱਕ ਕਰਦੇ ਹੈਗੇ। ਸਮਾਜਿਕ ਤੌਰ 'ਤੇ ਆਪਾਂ ਸਿਹਤਮੰਦ ਹਾਂ ਕਿ ਨਹੀਂ। ਜਦੋਂ ਮੈਨੂੰ ਕਿਤੇ ਲੋੜ ਪੈਂਦੀ ਹੈ ਤਾਂ ਮੈਨੂੰ ਸਿਕਿਉਰਿਟੀ ਹੈ ਕਿ ਮੇਰੇ ਕੋਲ ਮੇਰੇ 5-6 ਦੋਸਤ ਹੈਗੇ ਜਿਹੜੇ ਰਾਤ ਬਰਾਤੇ 1 ਵਜੇ ਵੀ ਮੈਂ ਕਾਲ ਕਰਦਾ ਉਹਨਾਂ ਨੂੰ ਆ ਜਾਣਗੇ। ਮੇਰੇ ਕੋਲ ਇਕੋਨਮੀ ਦਾ ਸਿਕਿਉਰਿਟੀ ਹੈ। ਜੇ ਮੈਨੂੰ ਹੁੰਦਾ ਹੈ ਕੁਛ ਤਾਂ ਮੇਰੇ ਪਰਿਵਾਰ ਵਾਸਤੇ ਹੈ, ਤਾਂ ਮੈਂ ਸਮਾਜ ਵਾਸਤੇ ਕੀ ਕਰ ਰਿਹਾ ਹਾਂ। ਤਾਂ ਹੈਲਥ ਦੀ ਡੈਫੀਨੇਸ਼ਨ ਨੂੰ ਥੋੜ੍ਹਾ ਜਿਹਾ ਗੌਰ ਨਾਲ ਦੇਖਣ ਦੀ ਲੋੜ ਹੈ, ਇਸ ਉੱਤੇ ਕੰਮ ਕਰਨ ਦੀ ਲੋੜ ਹੈ। ਇਸ ਦੀ ਡੈਫੀਨੇਸ਼ਨ ਵਿੱਚ ਹੀ ਬਹੁਤ ਕੁਝ ਛੁਪਿਆ ਹੈ ਜੇ ਆਪਾਂ ਇਸ ਉੱਤੇ ਕੰਮ ਕਰ ਲਈਏ ਤਾਂ। ਅੱਜ ਤੱਕ ਡਾਕਟਰ ਸਾਹਿਬ ਇੱਕ ਦੇਖਣ ਨੂੰ ਮਿਲ ਰਿਹਾ ਹੈਗਾ, ਜਿਸ ਤਰ੍ਹਾਂ ਕੋਈ ਪਤਲਾ ਹੈਗਾ ਸਰੀਰ ਦਾ ਉਹ ਮੋਟਾ ਹੋਣਾ ਚਾਹੁੰਦਾ, ਜਿਹੜਾ ਮੋਟਾ ਹੈਗਾ ਜੀ ਉਹ ਪਤਲਾ ਹੋਣਾ ਚਾਹੁੰਦਾ। ਉਸ ਦੇ ਵਿੱਚ ਜਿਹੜੇ ਹੈਗਾ ਵੀ ਕੰਪਨੀਆਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਦਿੱਤੇ ਜਾਂਦੇ ਆ, ਉਹ ਖਾਂਦੇ ਆ, ਉਸ ਤੋਂ ਬਾਅਦ ਕੁਛ ਪੀਣ ਵਾਲੇ ਹੁੰਦੇ ਆ, ਉਹਦੇ ਕੋਈ ਸਾਈਡ ਇਫੈਕਟ ਹੁੰਦੇ ਆ ਜੀ? ਕਿਸ ਤਰ੍ਹਾਂ ਸਰੀਰ ਨੂੰ ਬੈਨੀਫਿਟ ਹੈ? ਹਾਂ, ਇਸ ਵਾਸਤੇ ਮੈਂ ਨਾ ਤੁਹਾਨੂੰ ਅੱਜ ਤੋਂ 50-70 ਸਾਲ ਪਹਿਲਾਂ ਲੈ ਕੇ ਜਾਣਾ ਚਾਹਾਂਗਾ। ਉਦੋਂ ਲੋਕੀ ਪਰਫੈਕਟ ਸ਼ੇਪ 'ਚ ਹੁੰਦੇ ਸੀਗੇ। ਕਿਉਂ? ਕਿਉਂਕਿ ਉਹਨਾਂ ਦਾ ਖਾਣਾ ਸਾਦਾ ਹੁੰਦਾ ਸੀਗਾ। ਕਿਉਂ? ਕਿਉਂਕਿ ਉਦੋਂ ਹਰੀ ਕ੍ਰਾਂਤੀ ਨਹੀਂ ਆਈ ਸੀਗੀ। ਕਿਉਂ? ਕਿਉਂਕਿ ਉਦੋਂ ਰਾਤਾਂ ਨੂੰ ਮੋਬਾਈਲ ਨਹੀਂ ਚੱਲਦੇ ਸੀਗੇ। ਕਿਉਂ? ਕਿਉਂਕਿ ਉਦੋਂ ਟੈਨਸ਼ਨਾਂ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਸੀ। ਇੱਕ ਨਿੱਕੀ ਜਿਹੀ ਗੱਲ ਕਰਨ ਲੱਗਿਆ ਹਾਂ। ਪਿਛਲੇ ਦਿਨ ਹੀ ਮੈਂ ਬੇਟੀ ਦੇ ਸਕੂਲ ਵਿੱਚ ਗਿਆ। ਨਰਸਰੀ ਵਿੱਚ ਬੱਚੇ ਕਿਹੋ ਜਿਹੇ ਹੋਣੇ ਚਾਹੀਦੇ ਨੇ? ਚਹਿਕਦੇ ਹੋਏ, ਖਿੜਖਿੜਾਉਂਦੇ ਹੋਏ। ਪਰ ਹੋਇਆ ਕੀ, ਮੇਰੇ ਦੇਖਦੇ ਕਲਾਸ ਵਿੱਚ ਸਿਰਫ 2 ਹੀ ਬੱਚੇ ਸੀਗੇ 30 ਵਿੱਚੋਂ ਜਿਹੜੇ ਚਹਿਕਦੇ ਅਤੇ ਖਿੜਖਿੜਾ ਰਹੇ ਸੀਗੇ। ਬਾਕੀ ਸਾਰਿਆਂ ਦੇ ਮੂੰਹ 'ਤੇ 12 ਵੱਜੇ ਹੋਏ ਸੀਗੇ। ਤਾਂ ਆਪਾਂ ਦੇਖ ਸਕਦੇ ਹਾਂ ਕਿ ਬਚਪਨ 'ਚ ਹੀ ਬੱਚਿਆਂ ਨੂੰ ਸੀਰੀਅਸ ਰਹਿਣਾ ਦੀ ਆਦਤ ਪੈ ਰਹੀ ਹੈ। ਆਪਾਂ ਇਮੈਜਿਨ ਕਰ ਸਕਦੇ ਹਾਂ, ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਉਹਨਾਂ ਬੱਚਿਆਂ ਦਾ ਫਿਊਚਰ ਕੀ ਹੋਵੇਗਾ। ਹੱਸਣਾ, ਗਾਉਣਾ, ਨੱਚਣਾ ਬੱਚਿਆਂ ਦਾ ਇੱਕ ਨੈਚੁਰਲ ਉਹ ਇੰਸਟਿੰਕਟ ਹੈਗਾ ਜਿੱਤੇ ਕੰਮ ਕਰਦੇ ਹੈਗੇ ਆ। ਪਰ ਬੱਚਿਆਂ ਨੂੰ ਜੇ ਹੱਸਦੇ ਹੋਏ ਚਿਹਰੇ ਨਾ ਦਿਖਣਗੇ ਤਾਂ ਉਹ ਤਾਂ ਉਹੋ ਜਿਹੇ ਹੀ ਬਣਨਗੇ। ਅਤੇ ਗੱਲ ਕਰ ਰਿਹਾ ਸੀਗਾ ਮੈਂ 70 ਸਾਲ ਪੁਰਾਣੀ। ਸਿੰਪਲ ਸਾਦਾ ਖਾਣਾ, ਸਿੰਪਲ ਜਿਉਣਾ, ਚੈਨ ਦੀ ਨੀਂਦ ਲੈਣਾ ਅਤੇ ਕੰਮ ਕਰਨਾ, ਇਹ ਥੋੜ੍ਹੇ ਫੈਕਟਰ ਸੀਗੇ। ਉਦੋਂ ਕਿਹੜੇ ਪ੍ਰੋਡਕਟ ਹੁੰਦੇ ਸੀਗੇ ਭਾਰ ਘਟਾਉਣ ਵਾਸਤੇ? ਉਦੋਂ ਕਿਹੜੇ ਉਹ ਤੁਹਾਡੇ ਵਾਸਤੇ ਭਾਰ ਵਧਾਉਣ ਵਾਸਤੇ ਪ੍ਰੋਡਕਟ ਹੁੰਦੇ ਸੀਗੇ? ਉਦੋਂ ਕਿਹੜੇ ਆਹ ਸਪਲੀਮੈਂਟ ਹੁੰਦੇ ਸੀਗੇ? ਉਦੋਂ ਹਸਪਤਾਲਾਂ 'ਚ ਲਾਈਨਾਂ ਲੱਗਦੀਆਂ ਸੀਗੀਆਂ? ਇਹ ਲਾਈਨਾਂ ਹੁਣ ਲੱਗਣ ਲੱਗੀਆਂ। ਆਪਣਾ ਸੌਣ ਦਾ ਤਰੀਕਾ ਗਲਤ ਹੋ ਗਿਆ, ਆਪਣੇ ਰਹਿਣ ਸਹਿਣ ਦਾ ਤਰੀਕਾ ਗਲਤ ਹੋ ਗਿਆ, ਆਪਣੇ ਖਾਣ ਪੀਣ ਦਾ ਤਰੀਕਾ ਗਲਤ ਹੋ ਗਿਆ। ਟੈਕਨੋਲੋਜੀ ਜਿਹੜੀ ਕਿ ਅੰਮ੍ਰਿਤ ਬਣ ਕੇ ਆਈ ਸੀਗੀ, ਉਸਨੂੰ ਆਪਾਂ ਨੇ ਜ਼ਹਿਰ ਬਣਾ ਦਿੱਤਾ। ਤਾਂ ਤੁਹਾਡੇ ਸਿੰਪਲ ਰਹਿਣ ਦੇ ਨਾਲ, ਖੁਸ਼ ਰਹਿਣ ਦੇ ਨਾਲ, ਤੁਹਾਡੇ ਹੱਸਣ ਖੇਡਣ ਦੇ ਨਾਲ, ਤੁਹਾਡੇ ਐਕਟਿਵ ਰਹਿਣ ਦੇ ਨਾਲ, ਤੁਹਾਡੇ ਸੋਸ਼ਲ ਰਹਿਣ ਦੇ ਨਾਲ ਤੁਹਾਡੀਆਂ ਕਿੰਨੀਆਂ ਹੀ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਨੇ, ਤੁਸੀਂ ਸੋਚ ਵੀ ਨਹੀਂ ਸਕਦੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪੁਰਾਣੇ ਸਮੇਂ ਦੇ ਵਿੱਚ ਇੱਦਾਂ ਹੁੰਦਾ ਸੀਗਾ, ਹੁਣ ਜਿਹੜਾ ਹੈਗਾ ਇਸ ਟਾਈਮ ਦੇ ਵਿੱਚ ਜਿਹੜਾ ਮੋਬਾਈਲ ਦੇ ਹਿਸਾਬ ਨਾਲ ਆਪਾਂ ਦੇਖੀ ਲਈਏ ਵੀ ਮੋਬਾਈਲ ਹਰੇਕ ਘਰ ਦੇ ਵਿੱਚ 4-4, 5-5 ਮੋਬਾਈਲ ਹੈਗੇ ਨੇ। ਬਿਲਕੁਲ ਠੀਕ ਹੈ ਜੀ। ਕਿ ਆਪਾਂ ਨੂੰ ਇਹ ਨਹੀਂ ਲੱਗਦਾ ਵੀ ਬਿਮਾਰੀਆਂ ਦੇ ਕਾਰਨ, ਦਿਮਾਗੀ ਟੈਨਸ਼ਨ ਦਾ ਕਾਰਨ ਸਾਰਾ ਹੀ ਆਪਾਂ ਮੋਬਾਈਲ ਨੂੰ ਕਹਿ ਸਕਦੇ ਹਾਂ ਜੀ? ਨਹੀਂ, ਬਿਲਕੁਲ ਨਹੀਂ। ਮੇਰੇ ਘਰ 'ਚ ਵੀ ਮੋਬਾਈਲ ਹੈ, 2 ਮੋਬਾਈਲ ਹੈ। ਮੋਬਾਈਲ ਟੈਕਨੋਲੋਜੀ, ਮੈਂ ਫਿਰ ਕਹਿੰਦਾ ਹਾਂ, ਅੰਮ੍ਰਿਤ ਬਣ ਕੇ ਆਈ ਸੀ। ਜੇ ਅੰਮ੍ਰਿਤ ਵੀ ਤੁਸੀਂ ਜ਼ਿਆਦਾ ਪੀਓਗੇ ਤਾਂ ਜ਼ਹਿਰ ਦਾ ਕੰਮ ਕਰੇਗਾ। ਇੱਕ ਆਪਣੇ ਕੋਈ ਵੀ ਔਸ਼ਧੀ ਲੈ ਲਓ, ਉਹ ਔਸ਼ਧੀ ਉਦੋਂ ਤੱਕ ਔਸ਼ਧੀ ਹੈ ਜਦੋਂ ਇੱਕ ਲਿਮਟਿਡ ਅਮਾਊਂਟ 'ਚ ਦਿੱਤੀ ਜਾਂਦੀ ਹੈ। ਜੇ ਉਸ ਤੋਂ ਵੱਧ ਜਾਂਦੀ ਹੈ ਤਾਂ ਉਹ ਜ਼ਹਿਰ ਦਾ ਕੰਮ ਕਰਦੀ ਹੈ। ਮੋਬਾਈਲ ਵੀ ਸੇਮ ਹੀ ਹੈ। ਮੋਬਾਈਲ ਦਾ ਯੂਜ਼ ਤੁਸੀਂ ਕਿਸੇ ਦੇ ਨਾਲ ਗੱਲ ਕਰਨੀ ਹੈ,
ਉਦੋਂ ਯੂਜ਼ ਕਰੋ। ਕਿਸੇ ਦਾ ਮੈਸੇਜ ਆਇਆ ਉਦੋਂ ਮੈਸੇਜ ਪੜ੍ਹੋ, ਮੈਸੇਜ ਦਾ ਅਪਲਾਈ ਕਰੋ। ਜ਼ਰੂਰੀ ਥੋੜ੍ਹਾ ਕਿ ਆਪਾਂ ਇਹਦੇ 'ਤੇ ਉਹ ਨੈੱਟ ਸੀਰੀਜ਼, ਵੈੱਬ ਸੀਰੀਜ਼, ਇੰਟਰਨੈੱਟ ਦਾ ਯੂਜ਼ ਨਹੀਂ ਆਪਾਂ ਮਿਸਯੂਜ਼ ਕਰ ਰਹੇ ਹਾਂ। ਮੈਂ ਕਹਿੰਦਾ ਹਾਂ ਮੋਬਾਈਲ ਅੱਜ ਵੀ ਅੰਮ੍ਰਿਤ ਹੈ। ਤੁਹਾਨੂੰ ਪਤਾ ਨਹੀਂ ਗੱਲ ਜੱਚਦੀ ਹੈ ਕਿ ਨਹੀਂ। ਬਹੁਤ ਸਾਰੀਆਂ ਇਨਫੋਰਮੇਸ਼ਨ ਜਿਹੜੀ ਵਾਸਤੇ ਆਪਾਂ ਨੂੰ ਲਾਇਬ੍ਰੇਰੀ ਵਿੱਚ ਜਾਣਾ ਪੈਂਦਾ ਸੀ ਅਤੇ ਪਤਾ ਵੀ ਨਹੀਂ ਹੁੰਦਾ ਸੀ ਕਿਹੜੇ ਸ਼ੈਲਫ 'ਤੇ ਕਿਹੜੀ ਬੁੱਕ ਤੋਂ ਕਿਹੜੇ ਪੰਨੇ ਤੋਂ ਉਹ ਇਨਫੋਰਮੇਸ਼ਨ ਮਿਲੂਗੀ, ਅਤੇ ਮੈਂ ਅੱਜ ਟਾਈਪ ਕਰਦਾ ਹਾਂ 1 ਮਿੰਟ 'ਚ ਮਿਲ ਜਾਂਦੀ ਹੈ। ਅਤੇ ਉਸ ਦਾ ਐਕਸਪਰਟ ਬੰਦਾ ਹੈ ਕਿ ਨਹੀਂ ਮੈਂ ਇਹ ਵੀ ਜੱਜ ਕਰ ਸਕਦਾ ਹਾਂ। ਉਸ ਦੀ ਰੇਟਿੰਗ ਕਿੰਨੀ ਹੈ ਮੈਂ ਇਹ ਵੀ ਪਤਾ ਕਰ ਸਕਦਾ ਹਾਂ। ਉਸ ਬੰਦੇ ਦੀ ਕ੍ਰੈਡੀਬਿਲਿਟੀ ਕੀ ਹੈ ਮੈਂ ਇਹ ਵੀ ਪਤਾ ਕਰ ਸਕਦਾ ਹਾਂ। ਪਰ ਜੇ ਤੁਸੀਂ ਉਸ ਦੇ ਐਂਟਰਟੇਨਮੈਂਟ ਪੱਖ ਨੂੰ ਇੰਨਾ ਕੁ ਭਾਰਾ ਕਰ ਦਿਓਗੇ ਕਿ ਤੁਹਾਡੀ ਸਿਹਤ ਉੱਤੇ ਹਾਵੀ ਹੋ ਜਾਵੇ, ਤਾਂ ਸਿਹਤ ਹੋ ਚੁੱਕਿਆ ਹੈ। ਤੁਸੀਂ ਸ਼ਬਦਾਵਲੀ ਯੂਜ਼ ਕੀਤੀ ਹੈ, ਕਿਤੇ ਮੋਬਾਈਲ ਹੀ ਤਾਂ ਨਹੀਂ ਜੜ ਹੈਗੀ। ਮੈਂ ਕਹਿੰਦਾ ਬਿਲਕੁਲ ਜੜ ਨਹੀਂ ਹੈਗੀ। ਅਕਸਰ ਦੇਖਣ ਦੇ ਵਿੱਚ ਆਇਆ ਜਿਸ ਤਰ੍ਹਾਂ ਹਰ ਘਰ ਦੇ ਵਿੱਚ ਮੋਬਾਈਲ ਹੈਗੇ ਆ, ਸਭ ਦੇ ਵਿੱਚ ਆ। ਪਹਿਲਾਂ ਹੁੰਦਾ ਸੀਗਾ ਵੀ ਕੁਛ ਜਿਹੜੇ ਪਰਿਵਾਰਕ ਹੁੰਦੇ ਸੀਗੇ, ਸਾਰੇ ਪਰਿਵਾਰਕ ਮੈਂਬਰ ਘਰ ਦੇ ਵਿੱਚ ਇਕੱਠੇ ਬਹਿ ਕੇ ਰੋਟੀ ਕਰਦੇ ਸੀਗੇ, ਘਰ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਸੀ। ਇਸ ਟਾਈਮ ਦੇ ਵਿੱਚ ਸਭ ਘਰ ਦੇ ਵਿੱਚ ਇਹੀ ਹੁੰਦਾ, ਹੱਥ ਦੇ ਵਿੱਚ ਮੋਬਾਈਲ ਫੜਿਆ ਹੁੰਦਾ। ਜ਼ਿਆਦਾਤਰ ਜਿਹੜੇ ਹੈਗੇ ਆ ਫੇਸਬੁੱਕ, ਵਟਸਐਪ ਜਾਂ ਹੋਰ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਬਿਜ਼ੀ ਰਹਿੰਦੇ ਆ। ਠੀਕ ਹੈ ਜੀ। ਲਗਾਤਾਰ ਬੱਚੇ ਅੱਜ ਤੋਂ ਕੁਛ ਟਾਈਮ ਦਾ ਜਦੋਂ ਦਾ ਆਨਲਾਈਨ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ, ਆਨਲਾਈਨ ਕਲਾਸ ਘੱਟ ਲੱਗਦੀ ਆ। ਬੱਚਿਆਂ ਦੇ ਵਿੱਚ ਗੇਮਸ ਵਗੈਰਾ ਜਾਂ ਹੋਰ ਐਕਟੀਵਿਟੀਆਂ ਉਹ ਦੇਖਣ ਦੇ ਵਿੱਚ ਜ਼ਿਆਦਾ ਇੰਟਰਸਟ ਵੱਧ ਰਿਹਾ ਹੈਗਾ ਜੀ। ਇਹਦੇ ਵਿੱਚ ਬੱਚਿਆਂ 'ਤੇ ਨਹੀਂ ਅਸਰ ਪੈਂਦਾ ਗਾ? ਬਿਲਕੁਲ ਪੈ ਰਿਹਾ ਜੀ, ਤੁਸੀਂ ਸਹੀ ਕਹਿ ਰਹੇ ਹੋ। ਇੱਕ ਸਰਵੇ ਦੇ ਮੁਤਾਬਕ ਦੇਖਿਆ ਗਿਆ ਹੈ ਕਿ ਜੇ ਤੁਸੀਂ ਘੱਟੋ ਘੱਟ ਇੱਕ ਟਾਈਮ ਦਾ ਖਾਣਾ ਪਰਿਵਾਰ ਵਿੱਚ ਇਕੱਠੇ ਬੈਠ ਕੇ ਖਾਂਦੇ ਹੋ ਤਾਂ ਬੱਚਿਆਂ ਦਾ ਡਿਪਰੈਸ਼ਨ 'ਚ ਜਾਣਾ, ਐਂਗਜ਼ਾਇਟੀ 'ਚ ਆਉਣਾ, ਉਹਨਾਂ ਦੇ ਐਂਟੀ ਸੋਸ਼ਲ ਬਿਹੇਵੀਅਰ 'ਚ ਇੰਡਲਜ ਕਰਨਾ, ਉਹਨਾਂ ਦਾ ਮੋਟਾਪਾ ਆਉਣਾ, ਉਹਨਾਂ ਦਾ ਡਰੱਗ ਸਬਸਟਾਂਸ ਅਬਿਊਜ਼ 'ਚ ਜਾਣਾ, ਯਾਨੀ ਕਿ ਨਸ਼ਾ ਵਿੱਚ ਜਾਣਾ ਦੇ ਚਾਂਸਿਸ 95% ਤੱਕ ਘੱਟ ਜਾਂਦੇ ਨੇ ਸਿਰਫ ਇੱਕ ਟਾਈਮ ਦੇ ਇਕੱਠੇ ਖਾਣਾ ਖਾਣ ਦੇ ਨਾਲ। ਅਤੇ ਉਹ ਟਾਈਮ ਤੁਸੀਂ ਵੀ ਦੇਖਿਆ ਹੋਵੇਗਾ ਉਹ ਹੁੰਦਾ ਹੈ ਜਦੋਂ ਆਪਾਂ ਆਪਣੀਆਂ ਪਰਿਵਾਰਿਕ ਵੈਲਿਊਜ਼ ਬੱਚਿਆਂ ਨੂੰ ਦਿੰਦੇ ਹਾਂ। ਪਰ ਜਿਵੇਂ ਤੁਸੀਂ ਸਹੀ ਕਿਹਾ, ਬਿਲਕੁਲ ਸਹੀ ਕਿਹਾ, ਜਾਂ ਤਾਂ ਆਪਾਂ ਮੋਬਾਈਲ ਦੇ ਨਾਲ ਖਾਣਾ ਖਾਂਦੇ ਹਾਂ ਜਾਂ ਆਪਾਂ TV ਦੇ ਨਾਲ ਖਾਣਾ ਖਾਣਾ ਗਿੱਝ ਗਏ ਹਾਂ, ਜਿਹੜਾ ਕਿ ਖਤਰਨਾਕ ਨਹੀਂ, ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਮਤਲਬ ਤੁਸੀਂ ਖੁਦ ਸੋਚੋ ਕਿ ਪਰਿਵਾਰ ਦੇ ਨਾਲ ਬੈਠ ਕੇ ਖਾਣ ਦੀ ਇੱਕ ਖੁਸ਼ੀ ਹੈ ਅਤੇ ਇੱਕ ਪਾਸੇ TV ਉੱਤੇ ਕੋਈ ਨਾਟਕ ਚੱਲ ਰਿਹਾ ਹੈ ਜਿਸ ਵਿੱਚ ਖੂਨ ਖਰਾਬਾ ਚੱਲ ਰਿਹਾ, ਵਾਇਲੈਂਸ ਚੱਲ ਰਹੀ ਹੈ, ਅਤੇ ਤੁਸੀਂ ਉਸ ਮਾਹੌਲ 'ਚ ਖਾਣਾ ਖਾ ਰਹੇ ਹੋ ਤਾਂ ਤੁਹਾਡੇ ਉੱਤੇ ਕੀ ਅਸਰ ਪਵੇਗਾ? ਤੁਹਾਡੇ ਦਿਮਾਗ ਵਿੱਚ ਸਿੱਧਾ ਸਿੱਧਾ ਖਾਣ ਦੇ ਟਾਈਮ 'ਤੇ ਐਕਸਟ੍ਰੀਮ ਰਿਲੈਕਸ ਹੁੰਦਾ ਅਤੇ ਦਿਮਾਗ ਨੂੰ ਸਿੱਧਾ ਹੀ ਸਿਗਨਲ ਜਾਂਦਾ ਹੈ ਕਿ ਦੁਨੀਆ ਵਾਇਲੈਂਸ ਦੀ ਹੀ ਬਣੀ ਹੈ, ਜਾਂ ਡਿਪਰੈਸ਼ਨ ਜੋ ਵੀ TV 'ਤੇ ਸ਼ੋਅ ਹੋਇਆ ਹੈ ਉਸ ਚੀਜ਼ ਦੀ ਬਣੀ ਹੈ। ਕਿਉਂਕਿ ਜ਼ਿਆਦਾਤਰ ਤਾਂ TV 'ਤੇ ਮਾੜਾ ਹੀ ਦਿਖਾਇਆ ਜਾਂਦਾ, ਮੋਬਾਈਲ ਉੱਤੇ, ਸੋਸ਼ਲ ਮੀਡੀਆ ਉੱਤੇ। ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਕਿ ਬਹੁਤ ਜ਼ਿਆਦਾ ਮਾੜੀਆਂ ਗੱਲਾਂ ਦਾ ਪ੍ਰਚਾਰ ਹੁੰਦਾ ਹੈ। ਅਤੇ ਮਾੜੀ ਖਬਰ ਇਹ ਹੈ ਕਿ 95% ਝੂਠੀਆਂ ਹੁੰਦੀਆਂ ਨੇ। ਡਾਕਟਰ ਸਾਹਿਬ, ਇੱਕ ਦੇਖਣ ਦੇ ਵਿੱਚ ਆਇਆ ਹਸਪੀਟਲ ਦੇ ਵਿੱਚ ਮਨੋਰੋਗ ਵਿਭਾਗ ਦੇ ਵਿੱਚ ਕੁਝ ਬੱਚੇ ਵੀ ਆ ਰਹੇ ਆ ਜੋ ਕਿ ਗੇਮ ਖੇਡਦੇ ਆ, ਮੋਬਾਈਲ ਯੂਜ਼ ਕਰਦੇ ਆ, ਗਾਣੇ ਸੁਣਦੇ ਆ, ਉਹ ਦਿਮਾਗੀ ਕੁਝ ਅਪਸੈਟ ਵੀ ਹੋ ਜਾਂਦੇ ਆ। ਉਹਦੇ ਵਿੱਚ ਕੀ ਕਾਰਨ ਕਰ ਸਕਦੇ ਆਪਾਂ? ਬਿਲਕੁਲ ਸਹੀ ਕਿਹਾ। ਜਦੋਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਮੈਂ ਨਾ MBBS ਕਰ ਰਿਹਾ ਸੀਗਾ, ਸਿੰਪਲ ਜੀ ਗੱਲ ਦੱਸਦਾ, ਉਦੋਂ ਸਾਨੂੰ ਪੜ੍ਹਾਇਆ ਜਾਂਦਾ ਸੀਗਾ ਕਿ 7 ਸਾਲ ਤੋਂ ਛੋਟਾ ਬੱਚਾ ਜੋ ਵੀ ਸਿੰਪਟਮ ਹੈਗੇ ਆ ਉਸ ਵਿੱਚ ਡਿਪਰੈਸ਼ਨ ਨਹੀਂ ਆ ਸਕਦਾ। ਤਾਂ ਅਤੇ ਮੈਂ MBBS ਤੇ ਫਾਈਨਲ ਪ੍ਰੂਫ ਸੀਗਾ 2005 ਦੇ ਵਿੱਚ। ਉਦੋਂ ਡਿਪਰੈਸ਼ਨ ਦਾ ਮਤਲਬ ਇੰਟਰਨੈਸ਼ਨਲ ਲੈਵਲ ਦੀ ਗੱਲ ਕਰ ਰਿਹਾ, ਮੈਂ ਆਪਣੇ ਇੰਡੀਆ ਦੀ ਗੱਲ ਨਹੀਂ ਕਰ ਰਿਹਾ। ਡਿਪਰੈਸ਼ਨ ਜਾਂ ਦਿਮਾਗੀ ਤੌਰ 'ਤੇ ਬਿਮਾਰ ਨਹੀਂ ਹੋ ਸਕਦਾ ਬੱਚਾ, ਇਹ ਕਿਹਾ ਜਾਂਦਾ ਸੀ। ਕਿੰਨਾ ਟਾਈਮ ਹੋਇਆ ਅੱਜ ਦੀ ਡੇਟ ਤੱਕ? 15, 16 ਜਾਂ 17 ਸਾਲ। 17 ਸਾਲਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ 'ਤੇ ਡੈਫੀਨੇਸ਼ਨ ਚੇਂਜ ਕਰਨ ਦੀ ਲੋੜ ਪੈ ਚੁੱਕੀ ਹੈ। ਬੱਚਿਆਂ 'ਚ ਦਿਮਾਗੀ ਪ੍ਰੋਬਲਮਾਂ
ਆਉਂਦੀਆਂ ਨੇ। ਇਹ ਨਹੀਂ ਕਿ ਪਹਿਲਾਂ ਨਹੀਂ ਹੁੰਦੀਆਂ ਸੀ, ਨਹੀਂ। ਆਪਾਂ ਨੇ, ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ, ਟੈਕਨੋਲੋਜੀ ਜੋ ਕਿ ਅੰਮ੍ਰਿਤ ਬਣ ਕੇ ਆਈ ਸੀ, ਜ਼ਹਿਰ ਬਣਾ ਦਿੱਤੀ ਗਈ ਹੈ। ਮਾਪਿਆਂ ਦੇ ਰਿਲੇਸ਼ਨਸ਼ਿਪ, ਮੈਨੂੰ ਅੱਜ ਵੀ ਯਾਦ ਹੈ ਕਿ ਸਾਡੀ ਦਾਦੀ ਕਹਿੰਦੀ ਹੁੰਦੀ ਸੀ, ਪੁੱਤ ਪਿਆਰ ਕਰਨਾ ਹੈ, ਪਬਲਿਕਲੀ ਇੱਕ ਦੂਜੇ ਨੂੰ ਤਾਰੀਫ ਕਰੋ, ਖੁਸ਼ ਰਹਿਣਾ ਹੈ, ਪਬਲਿਕਲੀ ਖੁਸ਼ ਰਹੋ, ਪਰ ਜੇ ਕਿਸੇ ਨੂੰ ਨਿੰਦਣਾ ਹੈ ਤਾਂ ਘਰ ਦੇ ਇੱਕ ਬੰਦ ਕਮਰੇ 'ਚ ਨਿੰਦਿਆ ਕਰੋ। ਜੇ ਤੁਸੀਂ ਲੜਨਾ ਹੈ, ਘਰ ਦੇ ਇੱਕ ਬੰਦ ਕਮਰੇ 'ਚ ਲੜਨਾ ਹੈ। ਤੁਹਾਡੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ। ਪਰ ਅੱਜ ਕੱਲ੍ਹ ਸਮਾਜ ਦੇ ਵਿੱਚ ਕਹਿਣ ਲੱਗੇ ਅਜੀਬ ਲੱਗਦਾ ਹੈ ਕਿ ਕਪਲ ਜਿਹੜੇ ਹੈਗੇ ਹੈ ਆਪਣੇ ਬੱਚਿਆਂ ਦੇ ਸਾਹਮਣੇ ਕੋਈ ਵੀ ਇਮੋਸ਼ਨ ਪ੍ਰਗਟਾਉਣ ਵੇਲੇ ਸੋਚਦੇ ਨਹੀਂ ਹਨ ਕਿ ਉਹਨਾਂ 'ਤੇ ਕੀ ਬੀਤੇਗੀ। ਅਮਰੀਕਾ ਵਿੱਚ ਇੱਕ ਸਰਵੇ ਹੋ ਚੁੱਕਿਆ ਹੈ ਕਿ 20% ਅਡੋਲਸੈਂਟ ਸਮਝਦੇ ਨੇ ਕਿ ਵਿਆਹ ਕਰਾਉਣਾ ਦੁਨੀਆ ਦੀ ਸਭ ਤੋਂ ਵੱਡੀ ਗਲਤੀ ਹੈ। ਕਾਰਨ ਉਹਨਾਂ ਦੇ ਮਾਂ-ਪਿਓ ਨੂੰ ਉਹਨਾਂ ਨੇ ਪਿਆਰ ਕਰਦੇ ਨਹੀਂ ਦੇਖਿਆ, ਲੜਦੇ ਹੋਏ ਦੇਖਿਆ। ਕਿਤੇ ਇਹੀ ਬੱਚਿਆਂ ਨੇ ਇੱਕ ਮਾਪਿਆਂ ਨੂੰ ਤਾਰੀਫ ਕਰਦੇ ਸੁਣਿਆ ਹੁੰਦਾ ਤਾਂ ਉਹਨਾਂ ਦਾ ਇਹ ਹਾਲ ਨਾ ਹੁੰਦਾ, ਅਤੇ ਉਹੀ ਬੱਚਿਆਂ 'ਚ ਦਿਮਾਗੀ ਪ੍ਰੋਬਲਮਾਂ ਜ਼ਿਆਦਾ ਪਾਈ ਜਾਂਦੀਆਂ ਹਨ। ਹੋਰ ਵੀ ਬਹੁਤ ਸਾਰੇ ਕਾਰਨ ਹੈ, ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ। ਨਰਸਰੀ ਦੇ ਬੱਚੇ ਹੱਸਣਾ ਭੁੱਲ ਚੁੱਕੇ ਨੇ। ਨਰਸਰੀ ਦੇ ਬੱਚੇ ਚਹਿਕਣਾ, ਖੇਡਣਾ, ਗਾਉਣਾ, ਗੁਣਗੁਣਾਉਣਾ, ਆਪਦੀ ਗੱਲ ਖੁੱਲ੍ਹ ਕੇ ਕਹਿਣਾ। ਮੈਨੂੰ ਅੱਜ ਵੀ ਯਾਦ ਹੈ ਕਿ ਨਿੱਕੇ ਹੁੰਦੇ ਕੋਈ ਵੀ ਗੱਲ ਮਨ 'ਚੋਂ ਨਹੀਂ, ਪਰਵਾਹ ਨਹੀਂ ਹੁੰਦੀ ਸੀ, ਕਹਿ ਦਿੰਦੇ ਹੁੰਦੇ ਸੀਗੇ। ਬੱਚਿਆਂ ਨੂੰ ਸੋਚ ਕੇ ਕਹਿਣਾ ਪੈ ਰਿਹਾ ਤਾਂ ਫਿਰ ਬਚਪਨ ਕਿੱਥੇ ਗਿਆ? ਜੇ ਉਹਨਾਂ ਨੇ ਸੋਚ ਕੇ ਕਹਿਣਾ ਤਾਂ ਬਚਪਨ ਤਾਂ ਖੁੱਲ੍ਹ ਕੇ ਜਿਉਣ ਦਾ ਨਾਮ ਹੈ। ਇਹ ਬੱਚੇ ਕਦੋਂ ਆਖਣਗੇ? ਹੁਣ ਤਾਂ ਆਪਾਂ ਕਹਿ ਦਿੰਦੇ ਸਾਡਾ ਗੋਲਡਨ ਪੀਰੀਅਡ ਤਾਂ ਬਚਪਨ ਸੀਗਾ ਜੀ। ਇਹ ਬੱਚੇ ਕਦੋਂ ਆਖਣਗੇ ਸਾਡਾ ਗੋਲਡਨ ਪੀਰੀਅਡ ਸੀਗਾ? ਇਹਨਾਂ ਨੂੰ ਨਾ ਤਾਂ ਖੁੱਲ੍ਹ ਕੇ ਗੱਲ ਕਹਿਣ ਦਾ ਮੌਕਾ ਮਿਲਦਾ ਹੈ, ਨਾ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲਦਾ ਹੈ, ਨਾ ਖੁੱਲ੍ਹ ਕੇ ਗਾਉਣ ਦਾ ਮੌਕਾ ਮਿਲਦਾ ਹੈ, ਨਾ ਖੁੱਲ੍ਹ ਕੇ ਰੌਲਾ ਪਾਉਣ ਦਾ ਮੌਕਾ ਮਿਲਦਾ ਹੈ। ਸਾਡੇ ਲਈ ਤਾਂ ਸਾਰਾ ਘਰ ਖਿਡੌਣਿਆਂ ਦਾ ਭਰਿਆ ਹੁੰਦਾ ਸੀਗਾ। ਰਸੋਈ ਵਿੱਚ ਜਾਂਦੇ ਸੀ, ਭਾਂਡੇ ਸਾਡੇ ਵਾਸਤੇ ਹੁੰਦੇ ਸੀ। ਝਾੜੂ ਸੀਗਾ ਸਾਡਾ ਜਹਾਜ਼ ਹੁੰਦਾ ਸੀਗਾ, ਕਿਸੇ ਵਾਸਤੇ ਰੇਲ ਗੱਡੀ ਹੁੰਦੀ ਸੀ। ਪੋਚਾ ਸਾਡੇ ਲਈ ਖਿਡੌਣਾ ਹੁੰਦਾ ਸੀਗਾ, ਚਾਦਰ ਸਾਡੇ ਲਈ ਖਿਡੌਣਾ ਹੁੰਦੀ ਸੀ। ਕਿਹੜੀ ਚੀਜ਼ ਸੀ ਜੋ ਸਾਡੇ ਲਈ ਖਿਡੌਣਾ ਨਹੀਂ ਹੁੰਦੀ ਸੀ? ਕੰਧਾਂ ਸਾਡੇ ਲਈ ਖਿਡੌਣਾ ਹੁੰਦੀਆਂ ਸੀ, ਉਹਦੇ ਉੱਤੇ ਅਸੀਂ ਲਿਖਦੇ ਹੁੰਦੇ ਸੀ, ਉਸ ਉੱਤੇ ਅਸੀਂ ਆਪਦੀਆਂ ਪੇਂਟਿੰਗਸ ਕਰਦੇ ਹੁੰਦੇ ਸੀਗੇ। ਘਰ ਨੂੰ ਮਕਾਨ ਨਾਲੋਂ ਵੱਖ ਕਰਨਾ ਪਊਗਾ। ਤੁਸੀਂ ਸੋਹਣੇ ਮਕਾਨ ਬਣਾ ਰਹੇ ਹੋ, ਸੋਹਣਾ ਘਰ ਬਣਾਉਣ ਵਾਸਤੇ ਉਸ ਵਿੱਚ ਜਾਨ ਪਾਉਣੀ ਪੈਂਦੀ ਹੈ, ਉਹ ਬੱਚੇ ਹੀ ਪਾਉਂਦੇ ਹੈ। ਮੈਂ ਨਹੀਂ ਮੰਨਦਾ ਕਿ ਸੋਹਣੇ ਮਕਾਨ, ਮੈਂ ਮੰਨਦਾ ਸੋਹਣੇ ਮਕਾਨ ਬਣਾਉਣੇ ਬਣਾਓ, ਪਰ ਸੋਹਣੇ ਘਰ ਜ਼ਰੂਰ ਬਣਾਓ। ਡਾਕਟਰ ਖੁਸ਼ਹਾਲ ਜ਼ਿੰਦਗੀ ਬਿਤਾਉਣ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਖੁਸ਼ਹਾਲ ਜ਼ਿੰਦਗੀ ਬਿਤਾਉਣ ਵਾਸਤੇ ਮੈਂ ਇੱਕ ਹੀ ਮੈਸੇਜ ਦੇਣਾ ਚਾਹਾਂਗਾ, ਖੁਸ਼ ਰਹੋ। ਆਪਾਂ ਹਰ ਗੱਲ 'ਤੇ ਜਦੋਂ ਆਪਾਂ ਪੁੱਛਦਾ ਹੈ ਕੋਈ, ਗੁਰਪ੍ਰੀਤ ਜੀ ਕਿਵੇਂ ਹੋ, ਨਾ ਆਪਣਾ ਸੀਰੀਅਸ ਮੂੰਹ ਬਣਾ ਕੇ ਰੱਖਣ ਦੀ ਲੋੜ ਨਹੀਂ ਹੈਗੀ। ਆਪਾਂ ਹੱਸ ਕੇ ਗੱਲ ਕਰ ਸਕਦੇ ਹਾਂ। ਮੁਸੀਬਤਾਂ ਨੂੰ ਟੈਨਸ਼ਨ ਦਾ ਨਾਮ ਦੇ ਦੇਣਾ ਇੱਕ, ਅਤੇ ਹਰ ਟਾਈਮ ਉਸ ਵਿੱਚ ਡੁੱਬੇ ਰਹਿਣਾ ਸਹੀ ਨਹੀਂ ਹੈ। ਜ਼ਿੰਦਗੀ 'ਚ ਸਭ ਤੋਂ ਵੱਡੀ ਦੇਣ ਹੈ ਜ਼ਿੰਦਗੀ। ਜਦੋਂ ਆਪਾਂ ਇੰਨੀ ਕੁ ਗੱਲ ਸਮਝ ਗਏ ਨਾ, ਕਿਉਂਕਿ ਤੁਸੀਂ ਉਦੋਂ ਤੱਕ ਹੀ ਪਰਫੋਰਮ ਕਰ ਸਕਦੇ ਹੋ ਦੁਨੀਆ 'ਤੇ ਜਦੋਂ ਤੱਕ ਤੁਹਾਡੇ ਕੋਲ ਜ਼ਿੰਦਗੀ ਹੈ। ਇਹ ਸਰੀਰ ਹੈ, ਜਦੋਂ ਇਹ ਸਰੀਰ ਤੁਹਾਡੇ ਕੋਲੋਂ ਚਲਾ ਗਿਆ ਤਾਂ ਤੁਸੀਂ ਦੁਨੀਆ ਉੱਤੇ ਪਰਫੋਰਮ ਨਹੀਂ ਕਰ ਪਾਓਗੇ। ਅਤੇ ਇੱਕ ਗੱਲ ਕਹਿਣਾ ਚਾਹੁੰਦਾ, ਜ਼ਿੰਦਗੀ ਦਾ ਉਹ ਆਖਰੀ ਘੰਟਾ ਤੁਹਾਨੂੰ ਕੀ ਯਾਦ ਆਊਗਾ? ਤੁਹਾਡੀਆਂ ਟੈਨਸ਼ਨਾਂ, ਤੁਹਾਡੇ ਫਿਕਰ ਨਹੀਂ। ਤੁਸੀਂ ਉਹ ਪਲ ਜੋ ਤੁਹਾਡੇ ਜੀਏ ਹੈਗੇ ਆ, ਜਿਹੜੇ ਹੱਸੇ ਹੈਗੇ, ਜਿਹੜੇ ਖੇਡੇ ਹੈਗੇ, ਆਪਣੇ ਪਰਿਵਾਰ ਨਾਲ ਬਿਤਾਏ ਹੈਗੇ ਆ, ਜਿਹੜੇ ਆਪਣੇ ਦੋਸਤਾਂ ਨਾਲ ਬਿਤਾਏ ਹੈਗੇ, ਜਿਹੜੇ ਤੁਸੀਂ ਕ੍ਰੀਏਟਿਵ ਕੰਮ ਕੀਤੇ ਆ, ਜਦੋਂ ਤੁਸੀਂ ਨੱਚੇ ਹੋ, ਤੁਸੀਂ ਗਾਏ ਹੈਗੇ ਹੋ, ਉਹ ਪਲ ਤੁਹਾਨੂੰ ਯਾਦ ਰਹਿਣ ਵਾਲੇ ਹੈ।
ਅਤੇ ਆਪਾਂ ਉਹ ਕਿੰਨੇ ਪਲ ਇਕੱਠੇ ਕਰਦੇ ਹੈਗੇ ਹੈ, ਉਹ ਕਿੰਨੀਆਂ ਕੁ ਮੈਮਰੀਜ਼ ਇਕੱਠੀਆਂ ਕਰ ਰਹੇ ਹੈਗੇ ਆ, ਇਹ ਚੀਜ਼ ਆਪਾਂ ਨੂੰ ਦੇਖਣੀ ਪਊਗੀ। ਆਪਣਾ ਕੰਮ ਨੂੰ ਆਪਾਂ ਘਰੇ ਲੈ ਕੇ ਜਾਂਦੇ ਹਾਂ, ਜਿਹੜਾ ਕਿ ਬਹੁਤ ਹੀ ਗਲਤ ਹੈਗਾ। ਕੰਮ ਨੂੰ ਕੰਮ ਦੀ ਥਾਂ 'ਤੇ, ਘਰ ਨੂੰ ਘਰ ਦੀ ਥਾਂ 'ਤੇ ਰੱਖਣਾ ਸਿੱਖੀਏ। ਘਰ 'ਚ ਬੱਚਿਆਂ ਦੇ ਨਾਲ ਰਹਿਣਾ ਸਿੱਖੀਏ। ਘਰ 'ਚ ਪਤਨੀ ਦੇ ਨਾਲ, ਪਤਨੀ ਨੂੰ ਪਤੀ ਦੇ ਨਾਲ, ਸੱਸ ਨੂੰ ਨੂੰਹ ਦੇ ਨਾਲ ਰਹਿਣਾ ਸਿੱਖੀਏ। ਦੋਸਤਾਂ ਨੂੰ ਟਾਈਮ ਦੇਣਾ ਸਿੱਖੀਏ। ਅੱਜ ਕੱਲ੍ਹ ਮੈਂ ਪਿੱਛੇ ਜਿਹੇ ਇੱਕ ਗੱਲ ਦੱਸਦਾ ਹਾਂ। ਮੈਂ ਆਪਦੇ ਇੱਕ ਫਰੈਂਡ ਨੂੰ ਫੋਨ ਕੀਤਾ, ਯਾਰ ਅੱਜ ਮੇਰਾ ਇੰਜੋਏ ਕਰਨ ਦਾ ਮੂਡ ਹੈਗਾ। ਤੇ ਉਹਦਾ ਜਵਾਬ ਪਤਾ ਕੀ ਆਇਆ? ਕਿਹੜੀ ਪੀਣੀ ਹੈ? ਆਪਣੇ ਲਈ ਇੰਜੋਏ ਕਰਨ ਦਾ ਮਤਲਬ ਹੀ ਬਦਲ ਚੁੱਕਿਆ ਹੈਗਾ। ਇੰਜੋਏ ਕਰਨ ਦਾ ਮਤਲਬ ਪੀਣੀ ਦਾ ਮਤਲਬ ਮੈਂ ਦੱਸ ਦਿੰਦਾ ਹੈਗਾ, ਸ਼ਰਾਬ ਪੀਣ ਦੀ ਗੱਲ ਕਰ ਰਹੇ ਹੋ ਤੁਸੀਂ। ਅਤੇ ਜੇ ਆਪਾਂ ਨੂੰ ਇੰਜੋਏ ਕਰਨ ਵਾਸਤੇ ਸ਼ਰਾਬ ਦੀ ਲੋੜ ਪੈ ਰਹੀ ਹੈ, ਤਾਂ ਉਹ ਇੰਜੋਏ ਬਾਹਰੋਂ ਆ ਰਿਹਾ, ਆਪਣੇ ਅੰਦਰ ਨਹੀਂ ਹੈਗਾ। ਅਤੇ ਜਿਵੇਂ ਇੱਕ ਪੁਰਾਣਾ ਸ਼ੇਰ ਸੀਗਾ, ਨਸ਼ਾ ਅਗਰ ਸ਼ਰਾਬ ਮੇਂ ਹੋਤਾ ਤੋ ਨਾਚ ਦੀ ਬੋਤਲ ਨਹੀਂ। ਉਹ ਨਸ਼ਾ ਆਪਣੇ ਅੰਦਰ ਹੈ, ਉਹ ਖੜਾਹਟ ਆਪਣੇ ਅੰਦਰ ਹੈ, ਉਹ ਜਜ਼ਬਾ ਆਪਣੇ ਅੰਦਰ ਹੈ। ਤਾਂ ਉਹ ਜਜ਼ਬੇ ਨੂੰ, ਉਹ ਜਨੂੰਨ ਨੂੰ, ਉਹ ਕੁਛ ਕਰ ਗੁਜ਼ਰਨ ਦੇ, ਜਦੋਂ ਆਪਾਂ ਨਿੱਕੇ ਹੁੰਦੇ ਸੀ, ਕੁਛ ਵੀ ਆਪਾਂ ਕਰ ਗੁਜ਼ਰਨ ਲਈ ਤਿਆਰ ਹੁੰਦੇ ਸੀਗੇ। ਦੋਸਤਾਂ ਦੇ ਨਾਲ ਆਪਾਂ ਇੱਦਾਂ ਰਹਿੰਦੇ ਸੀਗੇ। ਜਦੋਂ ਨਾਰਾਜ਼ ਹੋਣਾ ਫੁੱਲੀ ਨਾਰਾਜ਼ ਹੁੰਦੇ ਸੀਗੇ, ਜਦੋਂ ਪਿਆਰ ਕਰਨਾ ਫੁੱਲੀ ਪਿਆਰ ਕਰਦੇ, ਜੋ ਖੇਡਣਾ ਫੁੱਲੀ ਖੇਡਦੇ ਸੀਗੇ, ਅਤੇ ਜੋ ਸੋਣਾ ਹੈ ਉਦੋਂ ਆਪਾਂ ਪੂਰੀ ਤਰ੍ਹਾਂ ਨਾਲ ਸੌਂਦੇ ਸੀਗੇ। ਗਲਤੀ ਮਾਫ਼, ਪਰ ਆਪਾਂ ਸੌਣਾ ਤੱਕ ਭੁੱਲ ਚੁੱਕੇ ਹਾਂ। ਸੌਣ ਲੱਗੇ ਵੀ ਆਪਣੇ ਦਿਮਾਗ ਵਿੱਚ ਟੈਨਸ਼ਨਾਂ ਹੀ ਆਉਂਦੀਆਂ ਨੇ। ਤਾਂ ਆਪਣੇ ਆਸ ਪਾਸ ਆਪਾਂ ਕੀ ਖਿਲਾ ਰਹੇ ਹਾਂ? ਕੀ ਆਪਾਂ ਮਹਿਕਾ ਖਿਲਾ ਰਹੇ ਹਾਂ? ਉਹ ਖਿੜੇ ਹੋਏ ਗੁਲਾਬ ਵਰਗੇ ਬਣੇ ਹੋਏ ਹੈ, ਕਿ ਆਪਾਂ ਉਹ ਬੰਦ ਚਿਹਰਿਆਂ ਵਾਲੇ, ਟੈਨਸ਼ਨਾਂ ਡਿਸਕਸ ਕਰਨ ਵਾਲੇ, ਗੁੱਸੇ 'ਚ ਰਹਿਣ ਵਾਲੇ, ਘਬਰਾਹਟ 'ਚ ਰਹਿਣ ਵਾਲੇ ਇਨਸਾਨ ਬਣ ਚੁੱਕੇ ਹੈ। ਆਪਾਂ ਨੂੰ ਇਹ ਦੇਖਣਾ ਪਵੇਗਾ। ਸਿੰਪਲ ਜਿਹੀ ਗੱਲ ਹੈ, ਖੁਸ਼ ਰਹਿਣ ਵਾਸਤੇ ਖੁਸ਼ ਰਹੋ।